पाद पंकज सिमरो अंगद गुरु अमरदास हृदय नित श्री गुरु रामदास गुण गुरु अर्जन बिघ्न के हर गोबिंद शोभच मत पर श्री हर राय नमोकार श्री हर कृष्ण नाम तेग बहादुर परम कृपा जी परम कृपाला श्री गुरु गोबिंद सिंह तरो तरा पर पन 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 बंदो बार बार जग एकंकारा सतगुरु तेह प्रसाद सच वाहिगुरु जी की फतेह बिघ्न विनाशन सोए वाहिगुरु जी की फतेह बिघ्न विनाशन सोए। सतनाम श्री वाहिगुरु साहिब जी दोहरा मेल मेख संक्रांत को चौहों दिश ते समुदाय आन आनंदपुर के बिखै दर्श आनंद को पाए। वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जब पए ता अवगुण सब छपे। ऐसे पतित पावन गुरु गरीब निवाज अंतरजामी पार ब्रह्म परमेश्वर घट घट के अंतर की जानत भले बुरे की पीर पछानत सब दे हिरदे दी पीड़ा दुख दर्द पछाणन वाले आद पुरख करतार करण कारण सब आपे। आद पुरख धन गुरु नानक पातशाह धन गुरु गोबिंद सिंह महाराज कलगीधर पिता बादशाह दरवेश गुरु गोबिंद सिंह जी महाराज ते 10 पातशाह का पावन स्वरूप धन गुरु ग्रंथ साहिब महाराज की निੱਘੀ गोद विच विराजमान गुरु सवारी गुरु खालसा सत संगत जीओ आप समूह संगतां वड्डे भागां वाले हो। होणे होणे आनंदमय कीर्तन आप जी ने श्रवण किया है। बंग के बंगाली फिरहंग के फिरंगा वाली दिल्ली के दिलवाली तेरी आज्ञा में चलत हैं। रोह के रूहेले ऐसे रोह के रूहेले ये इलाके के नाम हैं खालसा जी। बंगाली रूहेले चीन मचीन कहते जापानी रोह के लुहेले बांक दे सके मघेले वीर बंग से बुंदेले पाप पुंज को मलत हैं। गोखा गुन गावै ये गोरखे भी गोखा गुन गावै
चीन माचीन के शीस न्यावै, तिब्बती ध्याए दोख देह के दलत हैं, जिन तोहे ध्यायो तिन पूर्ण प्रताप पायो, सर्व धन ताम फल फूल सो फलत है। ए रब जी, भावें कोई भी मनुख होवे, दुनिया का कोई भी बंदा होवे, किसी इलाके का, किसी जात पात का, जिन्हां ने तुहानू आख्या वाहिगुरू, तुहानू जपिया पातशाह, ਉਹਦੇ घर खुशियां आ गई महाराज, धन धाम ਉਹਦੇ घर ਵਿੱਚ पातशाह खुले भंडारे भर गए, पुत्र पोतरे आपे आप आ गए पातशाह, सारे दुख ਉਹਦੇ खत्म हो गए। ये तुहाडी बख्शिश है। ऐसे गुरु गोबिंद सिंह महाराज बाला प्रीतम, पुत्रां दे दानी, सरबंस दानी, अमृत दे दाते, ਜਿਹੜੇ ਸਭ ਦੀਆਂ ਝੋਲੀਆਂ ਭਰੀ ਜਾ ਰਹੇ ਹਨ, ਤੇ ਮਹਾਰਾਜ ਆਪਣੀ ਸੰਗਤ ਨੂੰ ਸਿੱਖਿਆ ਦੇਣ ਲਈ ਗਾਹੇ ਬਗਾਹੇ ਸਮਝਾਉਂਦੇ ਵੀ ਹਨ ਕਿਸੇ ਤਰੀਕੇ ਨਾਲ। ਵਿਸਾਖੀ ਦਾ ਜੋੜ ਮੇਲਾ ਬਹੁਤ ਵੱਡਾ ਖਾਲਸਾ ਜੀ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਹੈ। ਸੰਗਤਾਂ ਦੂਰ ਦੁਰਾਡੇ ਤੋਂ ਆਈਆਂ, ਕੋਈ ਕਾਬਲ, ਕੰਧਾਰ, ਕੋਈ ਪਿਸ਼ੌਰ, ਕੋਈ ਅਫਗਾਨਿਸਤਾਨ, ਤੇ ਕੋਈ ਮਾਲਵੇ ਦੇ ਇਲਾਕੇ ਦੇ ਵੀ ਆਏ। ਇਹ ਬਠਿੰਡਾ, ਮਾਨਸਾ ਜੰਗਲ ਦੇਸ਼ ਦਾ ਇਲਾਕਾ ਹੈ, ਇੱਥੋਂ ਵੀ ਸੰਗਤਾਂ ਆਈਆਂ। ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ ਆਖਿਆ, ਸਿੰਘੋ ਇਸ ਵਾਰੀ ਸੰਗਤਾਂ ਨੂੰ ਜਾਣ ਨਹੀਂ ਦੇਣਾ। ਜਿਹੜੀਆਂ ਸੰਗਤਾਂ ਅਨੰਦਪੁਰ ਸਾਹਿਬ ਆ ਗਈਆਂ, ਇਹਨਾਂ ਨੂੰ ਘਰ ਨਹੀਂ ਜਾਣ ਦੇਣਾ। ਥੋੜ੍ਹੇ ਦਿਨ ਇੱਥੇ ਰਹਿਣ, ਰੱਬ ਦਾ ਭਜਨ ਕਰਨ, ਸੇਵਾ ਕਰਨ, ਇਹਨਾਂ ਦੇ ਘਰ ਦਾ ਮੋਹ ਖਤਮ ਹੋਵੇ ਥੋੜ੍ਹਾ ਜਿਹਾ। ਦੂਜਾ, ਪਾਤਸ਼ਾਹ ਸਿੱਖਿਆ ਦੇਣਾ ਚਾਹੁੰਦੇ ਹਨ ਕਿ ਸਭ ਨੂੰ ਕੋਈ ਸਿੱਖਿਆ ਦੇਈਏ। ਤੇ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਪੂਰੀ ਤਕਰਾਈ ਕੀਤੀ ਖਾਲਸਾ ਜੀ ਨੂੰ। ਤਿਆਰ ਬਰ ਤਿਆਰ ਹੋ ਕੇ ਚਾਰੋਂ ਪਾਸੇ ਕੋਈ ਬਰਛੇ ਲੈ ਕੇ, ਕੋਈ ਬੰਦੂਕਾਂ ਲੈ ਕੇ ਖੜ੍ਹੇ ਹੋ ਗਏ ਵੀ ਗੁਰੂ ਦਾ ਹੁਕਮ ਹੈ ਭਾਈ ਕੋਈ ਵੀ ਅਨੰਦਪੁਰ ਸਾਹਿਬ ਤੋਂ ਬਾਹਰ ਨਾ ਜਾਵੇ, ਇੱਥੇ ਭਜਨ ਕਰੋ, ਰੱਬ ਦਾ ਸਿਮਰਨ ਕਰੋ, ਲੰਗਰ ਛਕੋ, ਸੇਵਾ ਕਰੋ, ਬਾਣੀ ਸੁਣੋ, ਕੀਰਤਨ ਸੁਣੋ। ਤੇ ਜਿਹੜੇ ਤਾਂ ਖਾਲਸਾ ਜੀ ਭਜਨੀਕ ਸਨ, ਉਹ ਤਾਂ ਉੱਥੇ ਹੀ ਰੱਬ ਦਾ ਭਜਨ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਉਹਨਾਂ ਲਈ ਘਰ ਤਾਂ ਜੰਗਲ ਇੱਕ ਬਰਾਬਰ ਹੈ। ਜਿਹੜੇ ਜਿਹੜੇ ਘਰ ਦੇ ਮੋਹ ਵਾਲੇ ਸਨ, ਤੇ ਉਹ ਬੜੇ ਦੁਖੀ ਹੋਣ ਵੀ ਭਾਣਾ ਕੀ ਵਾਪਰ ਗਿਆ। ਘਰ ਵਿੱਚ ਬੱਚੇ ਯਾਦ ਕਰਦੇ, ਘਰ ਦਾ ਮੋਹ ਤੰਗ ਕਰਦਾ ਹੈ, ਕੰਮ ਕਾਜ ਛੱਡ ਕੇ ਆਏ ਹਾਂ, ਖੇਤੀਬਾੜੀ ਛੱਡ ਕੇ ਆਏ ਹਾਂ। ਤੇ ਉਹਨਾਂ ਵਿੱਚੋਂ ਇੱਕ ਮਾਲਵੇ ਦੇ ਕੁਝ ਖਾਸ ਬੰਦਿਆਂ ਨੇ ਸਲਾਹ ਕੀਤੀ ਵੀ ਕੋਈ ਭਾਣਾ ਵਰਤਾਈਏ। ਗੁਰੂ ਪਾਤਸ਼ਾਹ ਨੂੰ ਆਪਣੇ ਵੱਲੋਂ ਇਹ ਧੋਖਾ ਦੇਣਾ ਚਾਹੁੰਦੇ ਹਨ ਵੀ ਧੋਖਾ ਦਈਏ ਮਹਾਰਾਜ ਨੂੰ। ਤੇ ਇਹਨਾਂ ਵਿੱਚੋਂ ਇੱਕ ਬੰਦਾ ਸੀੜੀ ਤੇ ਲੇਟ ਗਿਆ। ਜਿਹੜੀ ਖਾਲਸਾ ਜੀ ਕੋਈ ਸੰਸਕਾਰ ਹੁੰਦਾ ਕਿਸੇ ਦਾ, ਤੇ ਸੀੜੀ ਲੈ ਕੇ ਆਉਂਦੇ ਨਾ, ਉਹਦੇ ਉੱਤੇ ਲੇਟ ਗਿਆ। ਅੱਗੇ ਪਿੱਛੇ ਇਹਦੇ ਸੰਗਤਾਂ ਉਹਨਾਂ ਦੀਆਂ, ਮਾਲਵੇ ਇਲਾਕੇ ਦੀਆਂ, ਅੱਗੇ ਕੀਰਤਨ ਕਰਦੇ ਹੋਏ ਜਾ ਰਹੇ। ਸੇਵਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇਸ ਤਰ੍ਹਾਂ ਬੈਰਾਗਮਈ ਕੀਰਤਨ ਕਰਦੇ ਜਾ ਰਹੇ। ਜ਼ੁਬਾਨ ਤੇ ਬੈਰਾਗਮਈ ਕੀਰਤਨ ਹੈ, ਪਰ ਅੰਦਰ ਛਲ ਹੈ ਖਾਲਸਾ ਜੀਓ। ਪਾਤਸ਼ਾਹ ਦੇ ਕੋਲੋਂ ਲੰਘੇ, ਮਹਾਰਾਜ ਕਹਿੰਦੇ ਵਾਹ ਵਾਹ ਕਮਾਲ ਹੋ ਗਈ। ਇਹ ਤਾਂ ਜਾਣਦੇ ਸਨ ਪਾਤਸ਼ਾਹ। ਕਹਿੰਦੇ ਆ ਜਾਓ ਭਾਈ, ਚੜ੍ਹਾਈ ਕਰ ਗਿਆ ਤੁਹਾਡਾ ਕੋਈ ਜੀ, ਘਰ ਦਾ ਜੀ। ਕਹਿਣ ਲੱਗੇ ਹਾਂ ਮਹਾਰਾਜ, ਸੰਸਕਾਰ ਕਰਨ ਬਾਹਰ ਜਾ ਰਹੇ ਹਾਂ। ਪਾਤਸ਼ਾਹ ਕਹਿੰਦੇ ਸਾਡੇ ਦਰਸ਼ਨ ਕਰਾ ਲਓ, ਇਹਨੂੰ ਇੱਥੇ ਰੱਖੋ, ਇਹਦਾ ਸਰੀਰ, ਥੋੜ੍ਹੀ ਬਾਣੀ ਸੁਣੀਏ, ਬਾਣੀ ਸੁਣਾਂਗੇ ਤਾਂ ਭਲਾ ਹੋ ਜਾਏਗਾ। ਤੇ ਪਾਤਸ਼ਾਹ ਆਪਣੇ ਸਾਰੇ ਸਿੱਖਾਂ ਨੂੰ ਕਹਿਣ ਲੱਗੇ, ਸਾਧ ਸੰਗਤ ਜੀ, ਗੁਰੂ ਕੇ ਪਿਆਰਿਓ, ਜਿਹਦੇ ਮਨ ਵਿੱਚ ਛਲ ਕਪਟ ਹੋਵੇ ਨਾ, ਉਹਦਾ ਬੇੜਾ ਪਾਰ ਨਹੀਂ ਹੁੰਦਾ। ਭਾਵਨਾ ਵਾਲੇ ਦਾ ਬੇੜਾ ਪਾਰ ਹੁੰਦਾ ਹੈ। ਰੋਜ਼ ਨਹਾਈ ਜਾਓ, ਉਹ ਡੱਡੂ ਤਾਂ ਰਹਿੰਦਾ ਪਾਣੀ ਵਿੱਚ ਹੈ, ਰੋਜ਼ ਨਹਾਉਂਦਾ ਹੈ, ਉਹਦਾ ਬੇੜਾ ਪਾਰ ਕਿਉਂ ਨਹੀਂ ਹੋਇਆ। ਆਕਾਸ਼ 'ਚ ਉੱਡਣ ਵਾਲੇ ਕਈ ਪੰਛੀ ਹਨ, ਉਹ ਜਿਹੜੇ ਆਪਣੇ ਤਰੀਕੇ ਨਾਲ ਕੋਈ ਸ਼ਬਦ ਸੁਣਦੇ ਬੋਲਦੇ ਹਨ, ਪਰ ਇਸ ਤਰ੍ਹਾਂ ਉਹਨਾਂ ਦਾ ਬੇੜਾ ਪਾਰ ਨਹੀਂ ਹੋਇਆ। ਭਾਵਨਾ ਵਾਲੇ ਜਿਹੜੇ ਵੀ ਹਨ, ਉਹਨਾਂ ਦਾ ਬੇੜਾ ਪਾਰ ਜ਼ਰੂਰ ਹੋਵੇਗਾ। ਜਿਹਦੇ ਮਨ ਵਿੱਚ ਛਲ ਕਪਟ ਹੋਵੇ ਨਾ, ਉਹਦਾ ਬੇੜਾ ਪਾਰ ਨਹੀਂ ਹੁੰਦਾ।
ਇਸ ਤਰ੍ਹਾਂ ਮਹਾਰਾਜ ਸਾਰੀ ਸੰਗਤ ਨੂੰ ਉਪਦੇਸ਼ ਦੇ ਰਹੇ ਹਨ। ਤੇ ਚੁੱਪ ਚਪੀਤੇ ਨਾਲ ਮਹਾਰਾਜ ਨੇ ਇੱਕ ਸਿੱਖ ਬੁਲਾਇਆ, ਆਪਣਾ ਅਰਦਾਸੀਆ ਗੁਰੂ ਕਾ ਪਿਆਰਾ, ਉਹਦੇ ਕੰਨ ਵਿੱਚ ਆਖਿਆ ਵੀ ਇਸ ਤਰ੍ਹਾਂ ਕਰ, ਲੰਗਰ ਵਿੱਚ ਚਵਾਤੀ ਲੈ ਕੇ ਆ। ਚਵਾਤੀ ਕਹਿੰਦੇ ਥੋੜ੍ਹੀ ਜਿਹੀ ਅੱਗ ਦੀ ਚਿੰਗਾਰੀ, ਉਹ ਲੈ ਕੇ ਆ। ਉਹ ਗੁਰੂ ਕਾ ਪਿਆਰਾ ਚੁੱਪ ਚਪੀਤੇ ਚਲਾ ਗਿਆ। ਪਾਤਸ਼ਾਹ ਕਹਿੰਦੇ ਉਹਨੂੰ ਇਹ ਵੀ ਆਖਿਆ ਵੀ ਚਵਾਤੀ ਲਾ ਕੇ ਥੱਲੇ ਰੱਖ ਦੀ, ਇਹਦੇ ਬਸ ਜਿਹੜੀ ਸੀढ़ी ਹੈ ਨਾ ਇਹਦੇ ਥੱਲੇ ਰੱਖ ਦੀ ਚਵਾਤੀ, ਬਸ ਬਾਕੀ ਫਿਰ ਦੇਖਾਂਗੇ ਕੀ ਭਾਣਾ ਵਾਪਰਦਾ ਹੈ। ਉਹ ਗੁਰੂ ਕਾ ਪਿਆਰਾ ਚੁੱਪ ਚਪੀਤੇ ਆਇਆ, ਅੱਗ ਦੀ ਚਿੰਗਾਰੀ ਲੈ ਕੇ ਉਹਨੇ ਥੱਲੇ ਰੱਖਤੀ। ਉਹਦੇ ਜਦੋਂ ਥੋੜਾ ਸੇਕ ਆਇਆ ਨਾ, ਚੀਕਾ ਮਾਰੇ, ਉਹ ਮਾਰ ਛੱਡਿਆ, ਉੱਠ ਕੇ ਫਟਾਫਟ ਦੌੜ ਕੇ ਖਾਲਸਾ ਜੀਓ ਦੂਰ ਲੰਘ ਗਿਆ। ਜਿਹੜਾ ਮਰਿਆ ਬੰਦਾ ਜਿਹਨੂੰ ਲਟਾਇਆ ਹੋਇਆ ਸੀढ़ी ਤੇ, ਉਹ ਤਾਂ ਬਸ ਚੀਕਾ ਮਾਰਦਾ ਦੌੜ ਛੱਡਿਆ ਖਾਲਸਾ ਜੀਓ। ਇਹਦੇ ਨਾਲ ਸੰਗੀ ਸਾਥੀ ਸਭ ਦੇ ਮੁਖ ਬੜੇ ਨੀਵੇਂ ਹੋ ਗਏ, ਬੜੇ ਸ਼ਰਮਿੰਦੇ ਹੋਏ। ਇਹ ਪਾਤਸ਼ਾਹ ਜਾਣ ਹੀ ਜਾਣ, ਸਾਡੇ ਅੰਦਰ ਦੀ ਗੱਲ ਇਹਨਾਂ ਨੇ ਜਾਣ ਲਈ। ਪਾਤਸ਼ਾਹ ਕਹਿੰਦੇ ਦੇਖੋ ਦੇਖੋ, ਤੁਹਾਡਾ ਇਹ ਰੱਬ ਦਾ ਪਿਆਰਾ ਬਾਣੀ ਸੁਣ ਕੇ ਦੀ ਪਰਮ ਗਤੀ ਹੋ ਗਈ ਹੈ। ਦੇਖੋ ਫਿਰ ਮੁਰਦਾ ਜਿੰਦਾ ਹੋ ਗਿਆ। ਪਾਤਸ਼ਾਹ ਦਾ ਇਹ ਬਚਨ ਸੁਣ ਕੇ ਸਭ ਦੇ ਮੁਖ ਬੜੇ ਸ਼ਰਮਿੰਦੇ ਹੋਏ। ਕਹਿੰਦੇ ਮਹਾਰਾਜ ਗਲਤੀ ਦੀ ਖਿਮਾ ਕਰੋ। ਪਾਤਸ਼ਾਹ ਕਹਿੰਦੇ ਐਵੇਂ ਨਹੀਂ ਕਰੀਦਾ, ਤੁਹਾਡਾ ਇਹ ਮੋਹ ਹੀ ਦੂਰ ਕਰਨਾ ਸੀ, ਇਹ ਛਲ ਕਪਟ ਦੂਰ ਕਰਨਾ ਹੈ। ਸਾਨੂੰ ਕੀ ਲੋੜ ਹੈ ਤੁਹਾਨੂੰ ਇੱਥੇ ਰੱਖਣ ਦੀ ਭਾਈ, ਤੁਸੀਂ ਘਰ ਜਾਓ, ਰੱਬ ਦਾ ਭਜਨ ਕਰੋ, ਜਿੱਥੇ ਮਰਜ਼ੀ ਰੱਬ ਦਾ ਭਜਨ ਕਰੋ, ਪਰ ਛਲ ਨਾ ਰੱਖੋ, ਪ੍ਰੇਮ ਰੱਖੋ, ਸ਼ਰਧਾ ਰੱਖੋ। ਪਾਤਸ਼ਾਹ ਕਹਿੰਦੇ ਚਲੋ ਤੁਹਾਡਾ ਬੇੜਾ ਪਾਰ ਹੋਵੇਗਾ, ਰੱਬ ਦਾ ਭਜਨ ਕਰਿਆ ਕਰੋ। ਇਸ ਤਰ੍ਹਾਂ ਮਹਾਰਾਜ ਨੇ ਸਮਝਾਇਆ ਸਾਨੂੰ ਖਾਲਸਾ ਜੀਓ ਕਿ ਐਵੇਂ ਭੇਖੀ ਸਿੱਖ ਨਾ ਬਣੀਏ, ਜੋ ਅੰਦਰ ਹੈ ਸੋ ਬਾਹਰ ਰੱਖੀਏ, ਬਸ ਗੁਰੂ ਦਾ ਹੁਕਮ ਮੰਨੀਏ, ਕੁਛ ਨਹੀਂ ਹੁੰਦਾ। ਪਾਤਸ਼ਾਹ ਆਪੇ ਸਭ ਉੱਤੇ ਚੜ੍ਹਦੀ ਕਲਾ ਵਰਤਾਉਣਗੇ। ਆਓ ਅੱਜ ਦੇ ਇਹਨਾਂ ਪ੍ਰਕਰਣਾਂ ਵਿੱਚ ਮਹਾਰਾਜ ਆਨੰਦ ਸਾਹਿਬ ਦੀ ਮਹਿਮਾ ਬਿਆਨ ਕਰਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆਨੰਦ ਸਾਹਿਬ ਦੀ ਬਾਣੀ ਸੁਣ ਕੇ ਕਿਹਨੂੰ ਰੰਗ ਚੜ੍ਹਿਆ? ਉਹ ਰੰਗ ਕੀ ਸੀ? ਬੈਰਾਗਮਈ ਰੰਗ ਉਹ ਗ੍ਰਸਤੀ ਲਈ ਹੈ ਜਾਂ ਬੇਹੰਗਮ ਲਈ ਹੈ ਜਾਂ ਦੋਵਾਂ ਲਈ ਬਰਾਬਰ ਹੈ? ਇਹ ਸਿੱਖਿਆ ਦੇ ਰਹੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੇਲ ਮੇਖ ਸੰਕ੍ਰਾਂਤ ਕੋ, ਚੌਹਾਂ ਦਿਸ ਤੇ ਸਮੁਦਾਏ। ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਕਿ ਵਿਸਾਖੀ ਦੀ ਸੰਗਰਾਂਦ ਦਾ ਦਿਹਾੜਾ ਉਹ ਬਤੀਤ ਹੋਇਆ। ਸੰਗਤਾਂ ਚਾਰੋਂ ਪਾਸੇ ਤੋਂ ਆਈਆਂ ਸਨ ਤੇ ਉਹ ਸੰਗਤਾਂ ਅਜੇ ਉੱਥੇ ਹੀ ਹਨ ਖਾਲਸਾ ਜੀਓ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਰੀ ਸੰਗਤਾਂ ਨੂੰ ਸਿੱਖਿਆ ਦੇ ਰਹੇ ਹਨ। ਆਨ ਆਨੰਦਪੁਰ ਕੇ ਬਿਖੈ, ਦਰਸ਼ ਆਨੰਦ ਕੋ ਪਾਏ। ਸਭਨਾਂ ਨੇ ਆ ਕੇ ਆਨੰਦਪੁਰ ਸਾਹਿਬ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਚੌਪਾਈ ਸਤਿਗੁਰ ਬਸਤਰ ਸ਼ਾਸਤਰ ਕੋ ਪਹਿਰੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਬਸਤਰ ਸ਼ਸਤਰ ਸਜਾ ਕੇ ਆਨ ਸਿੰਘਾਸਨ ਪਰ ਤਬ ਠਹਰੇ। ਤੇ ਮਹਾਰਾਜ ਜੀ ਆਪਣੇ ਸਿੰਘਾਸਨ ਤੇ ਆ ਕੇ ਸਭ ਨੂੰ ਦਰਸ਼ਨ ਦੇ ਰਹੇ ਹਨ। ਸੁਭਟ ਸੁਪਾਸਦ ਸਭਾ ਮਝਾਰੇ। ਤੇ ਇਤਨੀ ਸੁੰਦਰ ਸਭਾ ਹੈ ਮਹਾਰਾਜ ਦੀ ਕਿ ਮਾਨੋ ਸੰਤ ਮਹਾਤਮਾ ਦਿਵਯ ਪੁਰਸ਼ ਬੈਠੇ ਹੋਣ। ਥਿਰੇ ਨਮੋ ਕਰ ਦਰਸ਼ ਨਿਹਾਰੇ। ਤੇ ਖਾਲਸਾ ਸਾਰੇ ਵਾਰੋ ਵਾਰੀ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੀ ਆਪਣੀ ਥਾਂ ਤੇ ਕਈ ਖੜੇ ਹੋ ਗਏ, ਕਈ ਬੈਠ ਗਏ। ਸੰਗਤ ਆਵਹਿ ਅਰਪਿ ਅਕੂਰ ਹੈ। ਤੇ ਸੰਗਤਾਂ ਆ ਕੇ ਮਹਾਰਾਜ ਨੂੰ ਭੇਟਾਂ ਅਰਪਣ ਕਰੀ ਜਾ ਰਹੀਆਂ ਹਨ। ਪਗ ਪੰਕਜ ਬੰਦਹਿ ਕਰ ਜੋਰ ਹੈ। ਦੋਵੇਂ ਹੱਥ ਜੋੜ ਕੇ ਗੁਰੂ ਕੇ ਪਿਆਰੇ
ਗੁਰੂ ਚਰਨਾਂ ਉੱਤੇ ਮੱਥਾ ਟੇਕ ਰਹੇ ਹਨ। ਸੋ ਬੈਠੈ ਕੋ ਖਰੋ ਨਿਹਾਰ ਹੈ। ਕਈ ਤਾਂ ਬੈਠ ਕੇ ਦਰਸ਼ਨ ਕਰ ਰਹੇ ਹਨ ਮਹਾਰਾਜ ਦੇ। ਕਈ ਸਿੱਧਕੀ ਸਿੱਖ ਹਨ, ਗੁਰੂ ਕੇ ਪਿਆਰੇ ਨੇਮੀ ਪ੍ਰੇਮੀ, ਉਹ ਖੜੇ ਹੋ ਕੇ ਦਰਸ਼ਨ ਕਰ ਰਹੇ ਹਨ। ਤ੍ਰਿਪਤੈ ਨਹੀਂ ਹਰ ਕੇ ਉਰ ਧਾਰ ਹੈ। ਤੇ ਦਰਸ਼ਨ ਕਰ ਕੇ ਰਜਦੇ ਨਹੀਂ, ਬਾਰ-ਬਾਰ ਦਰਸ਼ਨ ਕਰੀ ਜਾਵਾਂ ਗੁਰਸਿੱਖਾਂ ਦੀ ਇਹੀ ਤਮੰਨਾ ਹੈ। ਧਨੁਖ ਬਾਨ ਯੁਤ ਜਨ ਰਘੁਨਾਥਾ। ਤੇ ਸਭ ਨੂੰ ਖਾਲਸਾ ਜੀ ਪਾਤਸ਼ਾਹ ਵੱਖਰੇ ਵੱਖਰੇ ਦਰਸ਼ਨ, ਜਿਹਦੀ ਜੈਸੀ ਭਾਵਨਾ ਹੈ ਉਹਨੂੰ ਮਹਾਰਾਜ ਵੈਸੇ ਦਰਸ਼ਨ ਦੇ ਰਹੇ ਹਨ। ਤੇ ਕਈਆਂ ਦੇ ਖਿਆਲ ਵਿੱਚ ਇਹ ਆ ਰਿਹਾ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਉਹੀ ਸਰੂਪ ਹੈ ਜਿਵੇਂ ਰਘੁਬਰ ਜੀ, ਸ਼੍ਰੀ ਰਾਮਚੰਦਰ ਜੀ, ਜੋ ਖਾਲਸਾ ਜੀ ਤ੍ਰੇਤੇ ਦੇ ਮਹਾਂਪੁਰਸ਼ ਅਵਤਾਰ ਭਗਵਾਨ ਰੂਪ ਹਨ। ਐਸੇ ਸ਼੍ਰੀ ਰਾਮਚੰਦਰ ਜੀ ਜੋ ਧਨੁਖ ਕਮਾਨ ਆਪਣੇ ਹੱਥ 'ਚ ਪਕੜ ਕੇ ਤੀਰਾਂ ਦਾ ਪੱਥਾ ਪਿੱਛੇ ਹੈ, ਜਿਨ੍ਹਾਂ ਦੇ ਲੋਕ ਔਦ ਕੇ ਟੇਕਹਿ ਮਾਥਾ। ਤੇ ਅਯੋਧਿਆ ਨਗਰੀ ਦੇ ਸਾਰੇ ਸੰਗਤਾਂ ਸਭ ਲੋਕ ਆ ਕੇ ਸ਼੍ਰੀ ਰਾਮਚੰਦਰ ਜੀ ਭਗਵਾਨ ਰੂਪ ਜੀ ਨੂੰ ਮੱਥਾ ਟੇਕ ਰਹੇ ਹਨ। ਮਨਹੁ ਦੁਆਰਕਾ ਮਹਿ ਘਨ ਸ਼ਿਆਮੋ। ਜਾਂ ਫਿਰ ਖਾਲਸਾ ਜੀ ਘਨ ਸ਼ਿਆਮ ਜੀ ਜੋ ਤ੍ਰੇਤੇ ਦੇ ਅਵਤਾਰ ਹਨ, ਸ਼੍ਰੀ ਕ੍ਰਿਸ਼ਨ ਜੀ ਜੋ ਉਸ ਵੇਲੇ ਦੇ ਭਗਵਾਨ ਰੂਪ ਹਨ ਖਾਲਸਾ ਜੀਓ, ਮਾਨੋ ਉਹ ਸਭ ਨੂੰ ਦਰਸ਼ਨ ਦੇ ਰਹੇ ਹੋਣ। ਜਾਦਵ ਦੇਖੈ ਦੁਤ ਅਭਿਰਾਮੋ। ਤੇ ਜਿਤਨੇ ਜਾਦਵ ਹਨ ਐਸੇ ਦੂਜ ਦੇ ਚੰਦਰਮਾ ਦੇ ਦਰਸ਼ਨ ਕਰ ਕੇ ਨਿਹਾਲ ਹੋ ਰਹੇ ਹਨ। ਬਦਨ ਚੰਦ ਕੋ ਮਨਹੁ ਚਕੋਰੇ। ਮਾਨੋ ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ। ਚੰਦਰਮਾ ਵਰਗਾ ਮੁਖੜਾ ਹੈ ਪਾਤਸ਼ਾਹ ਦਾ, ਤੇ ਗੁਰੂ ਕੇ ਪਿਆਰੇ ਚਕੋਰ ਵਾਂਗ ਇੱਕ ਟੱਕ ਦਰਸ਼ਨ ਕਰ ਰਹੇ ਹਨ ਮਹਾਰਾਜ ਦੇ। ਇਕ ਟਕ ਨੇਤਰ ਲਗੇ ਉਰ ਕੁਰ ਓਰੇ। ਇੱਕ ਟੱਕ ਬਿਲਕੁਲ ਅੱਖਾਂ ਗੁਰੂ ਕੇ ਸਿੱਖਾਂ ਦੀਆਂ ਪਾਤਸ਼ਾਹ ਦੇ ਚਿਹਰੇ ਵੱਲ ਹਨ। ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਗੁਰੂ ਕੇ ਪਿਆਰੇ ਬਾਰ-ਬਾਰ ਗੁਰੂ ਦੇ ਦੀਦਾਰੇ ਕਰ ਰਹੇ ਹਨ। ਹਿਰਦੈ ਬਿਲੰਦ ਆਨੰਦ ਹੈ ਸੰਗਤ। ਤੇ ਸਾਰੀ ਸੰਗਤ ਦਿਲ ਕਰਕੇ ਬੜੀ ਆਨੰਦਿਤ ਹੈ ਖਾਲਸਾ ਜੀ। ਸਭ ਦੇ ਮਨ ਵਿੱਚ ਆਨੰਦ ਛਾਇਆ ਹੋਇਆ ਹੈ ਕਿ ਜਿਨ੍ਹਾਂ ਉੱਤੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰੀ ਜਾ ਰਹੇ ਹਨ, ਉਹਨਾਂ ਦੇ ਹਿਰਦੇ 'ਚ ਆਨੰਦ ਛਾ ਗਿਆ ਹੈ। ਚਾਹੋਂ ਦਿਸ਼ ਪਿਖਹਿ ਬ੍ਰਿੰਦ ਕਰ ਪੰਗਤ। ਤੇ ਸਤਿਗੁਰ ਮਹਾਰਾਜ ਚਾਰੋਂ ਪਾਸੇ ਵੇਖਦੇ ਆਪਣੀ ਸੰਗਤ ਨੂੰ ਨਿਹਾਲ ਕਰੀ ਜਾਂਦੇ ਹਨ। ਚਾਰੋਂ ਪਾਸੇ ਪਾਤਸ਼ਾਹ ਮਿਹਰ ਭਰੀ ਨਿਗਾਹ ਕਰਕੇ ਸਭ ਨੂੰ ਨਿਹਾਲ ਕਰੀ ਜਾ ਰਹੇ ਹਨ। ਇੱਕ ਸਿੱਖ ਆਏ ਸਿੱਖਣੀ ਸਹਿਤ। ਤੇ ਇਤਨੀ ਦੇਰ ਨੂੰ ਇੱਕ ਗੁਰੂ ਕਾ ਪਿਆਰਾ ਆਪਣੀ ਸਿੱਖਣੀ ਸਹਿਤ ਮਹਾਰਾਜ ਦੇ ਦਰਸ਼ਨ ਲਈ ਆਇਆ ਹੈ। ਬੰਦਨ ਕਰੇ ਭਾਉ ਮਨ ਮਹਿਤ। ਤੇ ਇਹਨੇ ਬਹੁਤ ਭਾਵਨਾ ਦੇ ਸਹਿਤ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਹੱਥ ਜੋੜ ਕਰ ਬਿਖੈ ਬਖਾਨੀ। ਤੇ ਹੱਥ ਜੋੜ ਕੇ ਆਪਣੀ ਬੇਨਤੀ ਕਰਨ ਲੱਗਾ। ਸੱਚੇ ਪਾਤਸ਼ਾਹੋ ਸੁਖ ਦਾਨੀ। ਐ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ। ਇਕ ਸੁਤ ਹਮਰੇ ਦਇਓ ਸੋ ਰਾਵਰ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਸਾਡੇ ਘਰ ਮਹਾਰਾਜ ਇੱਕ ਪੁੱਤਰ ਬਖਸ਼ਿਸ਼ ਕੀਤਾ ਹੈ। ਤਾਜ ਘਰਨੀ ਥਿਰਿਓ ਜਨ ਬਾਵਰ। ਮਹਾਰਾਜ ਜੀ ਹੁਣੇ ਉਹਦਾ ਵਿਆਹ ਹੋਇਆ ਹੈ। ਪਤਾ ਨਹੀਂ ਵਿਆਹ ਕੈਸਾ ਹੋਇਆ ਮਹਾਰਾਜ ਕਿ ਆਪਣੀ ਘਰਵਾਲੀ ਤੋਂ ਵਿਰਕਤ ਰਹਿਣ ਲੱਗਾ ਮਹਾਰਾਜ। ਭਾਵ ਮਸਤਾਨਾ ਹੋ ਗਿਆ, ਪਤਾ ਨਹੀਂ ਕੀ ਰੰਗ ਚੜਿਆ ਇਹਨੂੰ। ਭਲੇ ਸਿੱਖ ਕੇ ਤਨ ਜਾ ਵਿਆਹੇ। ਮਹਾਰਾਜ ਜੀ ਭਲੇ ਸਿੱਖ ਦੇ ਘਰ ਉਹਦੀ ਬੇਟੀ ਨਾਲ ਇਹਦਾ ਵਿਆਹ ਕੀਤਾ ਸੀ। ਹੈ ਅਬੋਲ ਸੰਗ ਬੋਲਤ ਨਾਹੀ। ਪਰ ਪਾਤਸ਼ਾਹ ਕਿਸੇ ਨਾਲ ਵੀ ਬੋਲਦਾ ਨਹੀਂ, ਨਾ ਆਪਣੀ ਘਰਵਾਲੀ ਨਾਲ ਬੋਲਦਾ ਹੈ, ਨਾ ਸਾਡੇ ਨਾਲ ਬੋਲਦਾ ਹੈ। ਹਮ ਹੈ ਦਿਹ ਦੁਖ ਬਹੁ ਸਮਝਾਵ ਹੈ। ਤੇ ਪਾਤਸ਼ਾਹ ਅਸੀਂ ਤਾਂ ਵੇਖ ਕੇ ਦੁਖੀ ਹੋ ਰਹੇ ਹਾਂ, ਸਾਨੂੰ ਬਹੁਤ ਦੁੱਖ ਮਿਲਦਾ ਹੈ ਮਹਾਰਾਜ। ਅਸੀਂ ਸਮਝਾਉਂਦੇ ਹਾਂ ਬੇਟਾ ਸਮਝ ਜਾ, ਇਸ ਤਰ੍ਹਾਂ ਘਰ ਦੇ ਕੰਮ ਕਰਿਆ ਕਰ। ਨਿਰਮੋਹੀ ਬਚਤੇ ਸੁਨ ਪਾਵਹਿ। ਤੇ ਮਹਾਰਾਜ ਉਹ ਨਿਰਮੋਹੀ ਬਣ ਗਿਆ ਹੈ। ਉਹਦੇ ਮਨ ਵਿੱਚ ਕੋਈ ਨਹੀਂ ਮੋਹ ਰਿਹਾ, ਜਿਵੇਂ ਕੋਈ ਨਿਰਮੋਹ ਹੋ ਕੇ
ਸਾਰੇ ਸੰਸਾਰ ਦਾ ਜੇ ਕਹਿ ਲੋ ਮੋਹ ਛੱਡ ਕੇ ਬੈਠ ਗਿਆ ਹੈ। ਤਜੋਂ ਦੇਸ਼ ਮੈਂ ਜਾਉ ਬਦੇਸ਼। ਜਦੋਂ ਅਸੀਂ ਪਾਤਸ਼ਾਹ ਸਮਝਾਉਂਦੇ ਹਾਂ ਕਿ ਬੇਟਾ ਨਿਰਮੋਹੀ ਨਹੀਂ ਬਣੀਦਾ, ਤੇ ਮਹਾਰਾਜ ਉਹਦੇ ਬਚਨ ਹਨ ਕਿ ਮੈਂ ਤਾਂ ਹੁਣ ਇੱਕ ਘਰ ਛੱਡ ਕੇ ਜੰਗਲ ਵੱਲ ਚਲਾ ਜਾਵਾਂਗਾ, ਦੇਸ਼ ਛੱਡ ਕੇ ਵਿਦੇਸ਼ ਵੱਲ ਚਲਾ ਜਾਵਾਂਗਾ, ਭਾਵ ਫਕੀਰ ਬਣ ਜਾਵਾਂਗਾ। ਧਰੋਂ ਫਕੀਰੇ ਤਿਆਗ ਅਸ਼ੇਸ਼। ਤੇ ਸਭ ਕੁਝ ਛੱਡ ਕੇ, ਗ੍ਰਸਥ ਆਸ਼ਰਮ ਛੱਡ ਕੇ, ਗ੍ਰਸਥ ਧਰਮ ਛੱਡ ਕੇ ਮੈਂ ਫਕੀਰ ਬਣ ਜਾਵਾਂਗਾ। ਸ਼੍ਰੀ ਮੁਖ ਕਹਿਓ ਅਬੈ ਸਿੱਖ ਜਾਵੋ। ਤੇ ਜਦੋਂ ਇਹਨਾਂ ਦੇ ਮਾਤਾ ਪਿਤਾ ਦੀ ਗੱਲ ਸੁਣੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਮਝ ਗਏ ਕਿ ਉਹਨੂੰ ਬੈਰਾਗ ਹੋ ਗਿਆ ਹੈ। ਜਾਣੀ ਜਾਣ ਪਰਮੇਸ਼ਰ ਮਹਾਰਾਜ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਚਲੇ ਜਾਓ। ਸੁਤ ਹਕਾਰ ਕਰ ਹਮ ਟਿਗ ਲਿਆਵੋ। ਤੇ ਆਪਣੇ ਬੇਟੇ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ। ਹੁਣ ਤੁਸੀਂ ਨਾਲ ਜਾਓ, ਉਹਨੂੰ ਆਪਣੇ ਨਾਲ ਲੈ ਕੇ ਸਾਡੇ ਕੋਲ ਲੈ ਕੇ ਆਓ। ਸੁਨ ਆਏ ਸਿਆਨਿਓ ਤਤਕਾਲਾ। ਤੇ ਮਹਾਰਾਜ ਦਾ ਹੁਕਮ ਸੁਣ ਕੇ ਪਤੀ ਪਤਨੀ ਦੋਵੇਂ ਗਏ, ਆਪਣੇ ਬੇਟੇ ਨੂੰ ਨਾਲ ਲੈ ਕੇ ਮਹਾਰਾਜ ਕੋਲ ਆ ਗਏ। ਕਰ ਜੋਰੇ ਥਿਰ ਅਗਰ ਕਿਰਪਾਲਾ। ਤੇ ਕਿਰਪਾਲੂ ਸਤਿਗੁਰ ਮਹਾਰਾਜ ਦੇ ਹਜ਼ੂਰ ਹੱਥ ਜੋੜ ਕੇ ਇਹ ਤਿੰਨੋਂ ਖੜੇ ਹੋ ਗਏ। ਵਿਖ ਸਿੱਖ ਸੁਤ ਕੋ ਕਹਿਓ ਗੁਸਾਈ। ਗੁਸਾਈ ਦੀਨ ਦੁਨੀਆ ਦੇ ਮਾਲਕ, ਸਾਰੀ ਧਰਤੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਜਦੋਂ ਪਾਤਸ਼ਾਹ ਨੇ ਉਸ ਸਿੱਖ ਦੇ ਬੇਟੇ ਨੂੰ ਵੇਖਿਆ ਤੇ ਵੇਖ ਕੇ ਮਹਾਰਾਜ ਨੇ ਬਚਨ ਕੀਤਾ ਹੈ, ਤੋਹੇ ਮਾਤ ਪਿਤ ਕਹਾ ਅਲਾਈ। ਐ ਰੱਬ ਦੇ ਪਿਆਰਿਆ, ਤੇਰੇ ਮਾਤਾ ਪਿਤਾ ਕੀ ਆਖਦੇ ਹਨ, ਜਿਹੜਾ ਇਹਨਾਂ ਦੇ ਵਚਨਾਂ ਵੱਲ ਧਿਆਨ ਦੇ। ਹਮਰੋ ਸੁਤ ਜਗ ਤੇ ਹੋਏ ਨਿਆਰੋ। ਇਹ ਕੀ ਕਹਿ ਰਹੇ ਹਨ, ਇਹਨਾਂ ਦੇ ਵਚਨ ਸੁਣ। ਇਹਨਾਂ ਦੇ ਵਚਨ ਹਨ ਕਿ ਸਾਡਾ ਬੇਟਾ ਸਮਾਜ ਤੋਂ ਵੱਖਰਾ ਹੋ ਗਿਆ, ਦੁਨੀਆ ਤੋਂ ਵੱਖਰਾ ਹੋ ਗਿਆ ਹੈ। ਭਾਇਓ ਉਦਾਸ ਦੇਖ ਦੁਖ ਭਾਰੋ। ਤੇ ਬੇਟਾ ਤੇਰਾ ਉਦਾਸ ਜੀਵਨ ਵੇਖ ਵੇਖ ਕੇ ਬੜੇ ਦੁਖੀ ਹੋ ਰਹੇ ਹਨ। ਤੂੰ ਤਾਂ ਘਰ ਦਾ ਮੋਹ ਛੱਡ ਕੇ ਨਿਰਮੋਹੀ ਬਣ ਗਿਆ ਹੈ। ਜਾਂ ਤੇ ਹਮ ਤੋਹਿ ਬੂਝਨ ਕਰਹਿ। ਇਸ ਕਰਕੇ ਬੇਟਾ ਅਸੀਂ ਤੁਹਾਨੂੰ ਪੁੱਛਦੇ ਹਾਂ, ਕਯੋਂ ਕਰ ਭਾ ਵੈਰਾਗ ਉਰ ਤਰਹਿ। ਦੱਸ ਬੇਟਾ ਤੈਨੂੰ ਬੈਰਾਗ ਕਿਵੇਂ ਆਇਆ, ਇਤਨਾ ਨਿਰਮੋਹ ਅਵਸਥਾ ਕਿਵੇਂ ਆਈ। ਸਮਾਜ ਦਾ ਜੇ ਕਹਿ ਲੋ ਮੋਹ ਛੱਡਣਾ, ਪਰਿਵਾਰ ਦਾ ਮੋਹ ਛੱਡਣਾ, ਸਰੀਰ ਦਾ ਮੋਹ ਛੱਡਣਾ, ਇਹ ਅਵਸਥਾ ਕਿਵੇਂ ਆਈ। ਨਾਮ ਕੌਣ ਔਰ ਸਿੱਖ ਕਿਸ ਕੇਰਾ। ਬੇਟਾ ਇਹ ਵੀ ਦੱਸੋ ਤੁਹਾਡਾ ਕੀ ਨਾਮ ਹੈ, ਤੁਸੀਂ ਕਿਹਦੇ ਸਿੱਖ ਹੋ, ਭਾਵ ਤੁਸੀਂ ਕਿਹਦੀ ਸਿੱਖੀ ਧਾਰਨ ਕੀਤੀ ਹੈ। ਪਰਚਾ ਕਿਸ ਪ੍ਰਕਾਰ ਕੋ ਤੇਰਾ। ਤੁਹਾਡਾ ਮੇਲ ਕਿਸ ਨਾਲ ਹੋਇਆ ਹੈ, ਕਿਸੇ ਫਕੀਰ ਨਾਲ, ਕਿਸੇ ਸਾਧੂ ਨਾਲ, ਕਿਸੇ ਉਦਾਸੀ ਮਹਾਂਪੁਰਸ਼ ਨਾਲ ਤੁਹਾਡਾ ਮਿਲਾਪ ਹੋਇਆ ਹੈ, ਤੁਸੀਂ ਉਹਦੀ ਸਿੱਖਿਆ ਲਈ ਹੈ, ਉਹਦੀ ਪੱਟੀ ਆਪਣੇ ਹਿਰਦੇ 'ਚ ਵਸਾ ਕੇ ਤੁਸੀਂ ਫਕੀਰ ਬਣਨ ਵਾਲੇ ਹੋ। ਦੱਸੋ ਬੇਟਾ ਕੀ ਹੋਇਆ ਤੁਹਾਨੂੰ। ਬੈਸ ਅਸ਼ਟ 10 ਸੰਮਤ ਤੇਰੇ। ਬੇਟਾ ਅਜੇ ਤੇਰੀ ਉਮਰ 18 ਸਾਲ ਦੀ ਹੈ। 18 ਸਾਲ ਦੀ ਉਮਰ ਵਿੱਚ ਇਤਨਾ ਬੈਰਾਗ ਆ ਜਾਣਾ। ਲਖੀਅਤ ਕਹੋ ਸਭ ਸੱਚ ਇਸ ਬੇਰੇ। ਸੱਚੀ ਗੱਲ ਦੱਸ, ਤੇਰੀ ਉਮਰ 18 ਸਾਲ ਦੀ ਲੱਗਦੀ ਹੈ, ਪਰ ਇਤਨਾ ਬੈਰਾਗ ਆਣਾ ਇਹ ਤਾਂ ਕਿਸੇ ਮਹਾਂਪੁਰਸ਼ ਨੂੰ ਆਉਂਦਾ ਹੈ, ਜਾਂ ਕਿਸੇ ਕੋਈ ਕਹਿ ਲਓ ਜਿਹੜਾ ਅਖੀਰ ਤੱਕ ਬਜ਼ੁਰਗ ਅਵਸਥਾ 'ਚ ਪਹੁੰਚ ਜਾਵੇ ਉਹਨੂੰ ਆਉਂਦਾ ਹੈ। ਭੋਗੇ ਭੋਗ ਜਨਹੁ ਬ੍ਰਿਧ ਹੋਏ। ਬੇਟਾ ਜਿਨ੍ਹਾਂ ਨੇ ਦੁਨੀਆ ਦੇਖ ਲਈ ਹੋਵੇ, ਘਰ-ਬਾਰ ਗ੍ਰਸਤੀ ਦੇਖ ਲਈ ਹੋਵੇ, ਸਭ ਕੁਝ ਖਾ ਪੀ ਲਿਆ ਹੋਵੇ, ਤਿਨਹੁ ਬੈਰਾਗ ਨ ਉਪਜਹਿ ਕੋਏ। ਤੇ ਬੇਟਾ ਉਹਨਾਂ ਨੂੰ ਵੀ ਐਸਾ ਬੈਰਾਗ ਨਹੀਂ ਆਉਂਦਾ। ਆਖੋ ਸਤਨਾਮ। ਵਾਹਿਗੁਰੂ ਜੀ। ਸਾਰੀ ਉਮਰ ਲੰਘ ਜਾਂਦੀ ਬੇਟਾ ਉਹਨਾਂ ਦੀ, ਪਰ ਐਸਾ ਬੈਰਾਗ ਉਹਨਾਂ ਦੇ ਮਨ ਵਿੱਚ ਵੀ ਨਹੀਂ ਆਉਂਦਾ। ਭਾਗ ਪ੍ਰਥਮ ਕੋ ਬੜ ਲਿਖ ਪਾਇਓ। ਲੱਗਦਾ ਹੈ ਤੇਰੇ ਪਿਛਲੇ ਵੱਡੇ ਭਾਗ ਜਾਗੇ ਹਨ ਕੋਈ, ਤੇਰੇ ਪੂਰਬਲੇ ਕਰਮ ਜਾਂਗੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਬੇਟਿਆ ਐ ਰੱਬ ਦੇ ਪਿਆਰਿਆ,
ਤੇਰੇ ਪਿਛਲੇ ਕਰਮ ਜਾਗੇ ਹਨ। ਤੁਵ ਦਰਸ਼ਨ ਹਮ ਚਹ ਬੁਲਵਾਇਓ। ਅਸੀਂ ਵੀ ਤੁਹਾਡੇ ਦਰਸ਼ਨ ਕਰਨ ਲਈ ਤੁਹਾਨੂੰ ਬੁਲਾਇਆ ਹੈ ਬੇਟਾ। ਹੁਣ ਮਹਾਰਾਜ ਨਿਮਰਤਾ ਵਿਖਾ ਰਹੇ ਹਨ। ਇਹ ਭਲਾ ਵੀ ਹੈ ਖਾਲਸਾ ਜੀ, ਕੈਸੇ ਪੁਰਸ਼ਾਂ ਦੇ ਦਰਸ਼ਨ ਵੀ ਕਰੀਏ। ਗੁਰੂ ਪਾਤਸ਼ਾਹ ਨੇ ਵੀ ਬਾਣੀ 'ਚ ਜ਼ਿਕਰ ਕੀਤਾ ਹੈ, ਕੈਸੇ ਸੰਤ ਮਹਾਂਪੁਰਸ਼, ਉਹਨਾਂ ਦੇ ਦਰਸ਼ਨ ਅਸੀਂ ਵੀ ਕਰੀਏ, ਉਹਨਾਂ ਦੀ ਧੂੜੀ ਨੂੰ ਮੱਥੇ ਤੇ ਲਾਈਏ। ਤਾਂ ਹੀ ਪਾਤਸ਼ਾਹ ਨਿਮਰਤਾ ਭਰੇ ਬਚਨ ਕਹਿ ਰਹੇ ਹਨ ਕਿ ਇਹ ਬੇਟਾ ਆਨੰਦ, ਤੁਹਾਡੇ ਦਰਸ਼ਨ ਦੀਦਾਰੇ ਬਹੁਤ ਸ੍ਰੇਸ਼ਟ ਹਨ। ਤੁਹਾਡੇ ਦਰਸ਼ਨ ਕਰਨ ਲਈ ਸਾਡਾ ਮਨ ਵੀ ਲੋਚਦਾ ਹੈ। ਸੁਨ ਸਿੱਖ ਸੁਤ ਕਰ ਜੋਰਤ ਪ੍ਰਾਹੂ। ਜਦੋਂ ਉਹਨੇ ਬਚਨ ਸੁਣੇ ਨਾ ਮਹਾਰਾਜ ਦੇ, ਤੇ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਨੂੰ, ਕਿਉ ਮੁਝ ਹਸੋ ਸਾਚ ਪਾਤਸ਼ਾਹੂ। ਐ ਸੱਚੇ ਪਾਤਸ਼ਾਹ ਕੀ ਮਖੌਲ ਕਰਦੇ ਹੋ, ਹਾਸ ਰਸ ਨਾ ਕਰੋ ਪਾਤਸ਼ਾਹ, ਤੁਸੀਂ ਸੱਚੇ ਪਾਤਸ਼ਾਹ। ਮਹਾਰਾਜ ਮੈਂ ਕਿੱਥੇ, ਮੈਂ ਮਹਾਰਾਜ ਕੀੜੀ ਵੀ ਨਹੀਂ, ਤੁਸੀਂ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਰੂਪ ਹੋ। ਭਵ ਜਲ ਜੀਵ ਸੋ ਬਹਿ ਮਝਾਰੀ। ਤੇ ਸਤਿਗੁਰ ਜੀ ਸਾਡੇ ਵਰਗੇ ਜੀਵ ਇਹ ਸਮਾਜ ਜਿਹੜਾ ਸੰਸਾਰ ਸਾਗਰ 'ਚ ਵਹਿੰਦਾ ਜਾ ਰਿਹਾ ਹੈ, ਮਾਇਆ ਦਾ ਮੋਹ ਹੈ, ਵਿਸ਼ੇ ਵਿਕਾਰ ਹਨ, ਅਸੀਂ ਇਹਨਾਂ 'ਚ ਡੁੱਬਦੇ ਜਾ ਰਹੇ ਹਾਂ। ਤੁਮ ਦਰਸ਼ਨ ਕਰ ਉਤਰ ਹੈ ਪਾਰੇ। ਤੇ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਸਭ ਦਾ ਬੇੜਾ ਪਾਰ ਹੁੰਦਾ ਹੈ। ਜਿਹੜਾ ਜਿਹੜਾ ਤੁਹਾਡੇ ਦਰਸ਼ਨ ਕਰ ਲਵੇ ਸਤਿਗੁਰ ਜੀ, ਤੁਸੀਂ ਮਹਾਰਾਜ ਡੁੱਬਦਿਆਂ ਨੂੰ ਮਹਾਰਾਜ ਬਾਹਰ ਕੱਢ ਲੈਂਦੇ ਹੋ। ਤੁਹਾਡੇ ਦਰਸ਼ਨ ਹੀ ਐਸੇ ਹਨ ਪਾਤਸ਼ਾਹ, ਉਹ ਰੱਬ ਦਾ ਪਿਆਰਾ ਸਮਾਜ ਵਿੱਚ ਗਲਤਾਨ ਨਹੀਂ ਹੁੰਦਾ। ਅਨਜਾਨ ਨਾ ਸਭ ਕੋ ਤੁਮ ਜਾਨੋ। ਸਤਿਗੁਰ ਜੀ ਤੁਸੀਂ ਅਣਜਾਣ ਨਹੀਂ ਹੋ, ਅਣਜਾਣ ਨਾ, ਤੁਸੀਂ ਅਣਜਾਣ ਨਹੀਂ ਹੋ ਮਹਾਰਾਜ, ਜਾਣੀ ਜਾਣੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਾਤਸ਼ਾਹ ਐਸੇ ਪ੍ਰਮਾਤਮਾ ਰੂਪ ਹੋ। ਜਾਨ ਬੂਝ ਕੇ ਮੈਂ ਬੂਝਨ ਠਾਨੋ। ਫਿਰ ਵੀ ਤੁਸੀਂ ਪੁੱਛ ਰਹੇ ਹੋ ਪਾਤਸ਼ਾਹ, ਜਾਣਦੇ ਹੋਏ ਵੀ ਮਹਾਰਾਜ ਪੁੱਛ ਰਹੇ ਹੋ ਪਾਤਸ਼ਾਹ, ਫਿਰ ਵੀ ਮੇਰਾ ਫਰਜ਼ ਹੈ ਮੈਂ ਤੁਹਾਨੂੰ ਦੱਸਾਂ। ਨਾਮ ਆਨੰਦ ਸਿੰਘ ਹੈ ਮੇਰਾ। ਤੁਹਾਡੀ ਕਿਰਪਾ ਨਾਲ ਮੇਰੇ ਮਾਪਿਓ ਨੇ ਨਾਮ ਰੱਖਿਆ ਆਨੰਦਪੁਰ ਆਨੰਦ ਸਿੰਘ। ਆਨੰਦ ਪਾਤਸ਼ਾਹ ਇਹ ਨਾਮ ਗੁਰਬਾਣੀ ਵਿੱਚੋਂ ਮਾਂ ਤੁਹਾਡੇ ਬਖਸ਼ਿਸ਼ ਨਾਲ, ਮਹਾਂਪੁਰਸ਼ਾਂ ਦੀ ਬਖਸ਼ਿਸ਼ ਨਾਲ ਪਾਤਸ਼ਾਹ, ਸੰਗਤ ਦੀ ਰਹਿਮਤ ਨਾਲ ਮੇਰੇ ਮਾਤਾ ਪਿਤਾ ਨੇ ਸਰੀਰ ਦਾ ਇਹ ਨਾਮ ਰੱਖਿਆ ਹੈ। ਸ਼੍ਰੀ ਸਤਿਗੁਰ ਕੋ ਸਿੱਖ ਚਿਤ ਚੇਰਾ। ਤੇ ਪਾਤਸ਼ਾਹ ਮੈਂ ਚਿੱਤ ਕਰਕੇ, ਮਨ ਕਰਕੇ ਤੁਹਾਡਾ ਸਿੱਖ ਹਾਂ ਪਾਤਸ਼ਾਹ, ਗੁਰੂ ਕਾ ਸਿੱਖ ਹਾਂ ਪਾਤਸ਼ਾਹ, ਤਨ ਮਨ ਧਨ ਕਰਕੇ ਪਾਤਸ਼ਾਹ ਤੁਹਾਡੀ ਸਿੱਖੀ ਧਾਰਨ ਕੀਤੀ ਹੋਈ ਹੈ। ਭਇਓ ਬੈਰਾਗ ਪਠਤ ਗੁਰਬਾਣੀ। ਸਤਿਗੁਰ ਜੀ ਤੁਹਾਡੀ ਬਾਣੀ ਦਾ ਜਾਪ ਕਰਦਿਆਂ, ਬਾਣੀ ਦਾ ਪਾਠ ਕਰਦਿਆਂ ਬਹੁਤ ਬੈਰਾਗ ਜਾਗ ਪਿਆ। ਇਮ ਕਹਿ ਗਾਥਾ ਬਹੁਰ ਬਖਾਨੀ। ਇਸ ਤਰ੍ਹਾਂ ਜਦੋਂ ਉਹਨੇ ਆਪਣੀ ਗੱਲ ਸ਼ੁਰੂਆਤ ਕੀਤੀ ਨਾ, ਤੇ ਫਿਰ ਗੱਲ ਖੁੱਲ ਕੇ ਦੱਸਣ ਲਗਾ। ਸੂਰਠਾ ਕਿਆ ਬੁੱਢਾ ਕਿਆ ਬਾਲ, ਜਾਂ ਗੁਰ ਸ਼ਰਣੀ ਜਾਏਗਾ। ਸਤਿਗੁਰ ਦੇ ਪਿਆਰੇ ਉਹ ਬਾਬਾ ਆਨੰਦ, ਭਾਈ ਆਨੰਦ ਸਿੰਘ ਕਹਿਣ ਲੱਗੇ, ਮਹਾਰਾਜ ਕੀ ਬਜ਼ੁਰਗ ਹੈ, ਕੀ ਬੱਚਾ ਹੈ, ਕੀ ਨੌਜਵਾਨ ਹੈ ਪਾਤਸ਼ਾਹ, ਕੋਈ ਵੀ ਹੋਵੇ ਜਿਹੜਾ ਤੁਹਾਡੀ ਸ਼ਰਣੀ ਆ ਗਿਆ। ਮੁਕਤ ਹੋਏ ਤਤਕਾਲ ਨਾਉ, ਚਰਨ ਕੇ ਰੇਤ ਜਿਉ। ਪਾਤਸ਼ਾਹ ਮੁਕਤ ਨਾ ਹੋਵੇ, ਜ਼ਰੂਰ ਹੋਵੇਗਾ ਪਾਤਸ਼ਾਹ, ਪਰ ਜਿਹਨੂੰ ਬਾਦਸ਼ਾਹ ਤੁਹਾਡੇ ਸੰਸਾਰ ਸਾਗਰ ਪਾਤਸ਼ਾਹ, ਜਿਹੜਾ ਤੁਹਾਡਾ ਸਮੁੰਦਰ ਹੈ, ਤੁਸੀਂ ਸੰਸਾਰ ਸਾਗਰ ਬਣਾਇਆ ਹੋਇਆ ਹੈ, ਤੇ ਇਸ ਵਿੱਚ ਤੁਹਾਡਾ ਜਿਹੜਾ ਜਹਾਜ਼ ਹੈ ਵਾਹਿਗੁਰੂ ਜਹਾਜ਼ ਹੈ। ਜਿਹੜੇ ਸ਼ਰਧਾ ਨਾਲ ਜਪਣਗੇ, ਤੁਹਾਡੀ ਬਾਣੀ ਦਾ ਜਾਪ ਕਰਨਗੇ, ਮੁਕਤ ਜ਼ਰੂਰ ਹੋਣਗੇ ਪਾਤਸ਼ਾਹ। ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਨਹੀਂ, ਉਹਨਾਂ ਦੀ ਪਾਤਸ਼ਾਹ ਕੀ ਗਤੀ ਹੁੰਦੀ ਹੈ, ਉਹ ਤਾਂ ਰੁੜਦੇ ਜਾਂਦੇ ਹਨ। ਚੌਪਾਈ ਸੁਨਿਐ ਪਾਤਸ਼ਾਹ ਸੁਖਦਾਇਓ। ਐ ਸੁਖਦਾਇਕ, ਸੁਖ ਦੇਣ ਵਾਲੇ ਪਾਤਸ਼ਾਹ ਸਤਿਗੁਰ ਮਹਾਰਾਜ ਜੀ, ਮੇਰੀ ਬੇਨਤੀ ਸੁਣੋ। ਮਾਤ ਪਿਤਾ ਮੋਹਿ ਪੜਨ ਬਿਠਾਇਓ। ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਮਹਾਰਾਜ ਜੀ
ਬਾਣੀ ਦੀ ਸੰਥਿਆ ਲੈਣ ਲਈ ਮਹਾਰਾਜ ਭੇਜਿਆ ਹੈ ਕਿ ਪਾਤਸ਼ਾਹ ਮੈਂ ਬਾਣੀ ਦਾ ਜਾਪ ਕਰਦਿਆਂ ਉਹਦੀ ਸੰਥਿਆ ਕਰਦਿਆਂ ਹੋਇਆ ਗੁਰਬਾਣੀ ਪੜ ਪ੍ਰੇਮ ਸੁਜਾਗਾ। ਤੇ ਸੰਥਿਆ ਕਰਕੇ ਪਾਤਸ਼ਾਹ ਗੁਰਬਾਣੀ ਪ੍ਰਤੀ ਪ੍ਰੇਮ ਜਾਗਰਤ ਹੋਣ ਲੱਗਾ। ਮਹਾਰਾਜ ਅੱਜ ਹੋਰ ਕੱਲ ਹੋਰ ਬਾਣੀ ਦਾ ਵਾਸਾ ਹਿਰਦੇ 'ਚ ਹੋਣ ਲੱਗਾ।